ਕੀ ਮੰਨਦੇ ਹੋ ਪਿਓ ਨੇ ਜਜ਼ਬਾਤੀ ਹੋ ਕੇ ਕਹਿਤੇ ਹੈ ਪੰਜਾਬ ਪੁਲਿਸ ਨੂੰ ਭਰੋਸਾ ਨਹੀਂ ਹੈ ਕਿ ਮੇਰੇ ਪੁੱਤਰ ਦੀ ਹੱਤਿਆ ਦੀ ਜਾਂਚ ਦਿੱਲੀ ਜਾਂ ਐਨਆਈਏ ਤੋਂ ਹੋਣੀ ਚਾਹੀਦੀ ਸਾਡੇ ਲੋਕਾਂ ਨੂੰ ਸਮਝ ਨਹੀਂ ਹੈ ਕਿ ਮਤਲਬ ਦੀਪ ਦਾ ਜਦੋਂ ਟਾਰਗੇਟ ਕਿਲਿੰਗ ਹੋਈ ਹੈ ਉਦੋਂ ਵੀ ਉਹਦੇ ਸਪੋਰਟਰਸ ਕਹਿੰਦੇ ਸੀ ਸੀਬੀਆਈ ਦੀ ਜਾਂਚ ਹੋਏ ਐਨਆਈਏ ਦੀ ਜਾਂਚ ਹੋਏ। ਸੋ ਮੈਂ ਦੀਪ ਦੇ ਕੇਸ ਵਿੱਚ ਵੀ ਬਹੁਤ ਕਲੀਅਰ ਹੈ ਔਰ ਇਹਦੇ ਸਿੱਧੂ ਮੂਸੇਵਾਲੇ ਦੇ ਕੇਸ 'ਚ ਬਹੁਤ ਕਲੀਅਰ ਹੈਗਾ ਕਿ ਦੀਪ ਉਦੋਂ ਤੱਕ ਸਟੇਟ ਨੂੰ ਚੰਗਾ ਲੱਗਦਾ ਸੀ ਜਦੋਂ ਤੱਕ ਉਹ ਐਕਟਰ ਬਣ ਕੇ ਬੰਬੇ ਦੇ ਵਿੱਚ ਕੰਮ ਕਰਦਾ ਸੀ। ਜਦੋਂ ਉਹਨੇ ਪੰਜਾਬ ਦੀ ਧਰਤੀ 'ਤੇ ਆ ਕੇ ਸਿੱਖ ਹੋਮਲੈਂਡ ਦੀ ਗੱਲ ਕੀਤੀ ਹੈ, ਆਜ਼ਾਦੀ ਦੀ ਗੱਲ ਕੀਤੀ ਹੈ, ਸਟੇਟ ਨੇ ਉਹਦੀ ਟਾਰਗੇਟ ਕਿਲਿੰਗ ਜਿਹੜੀ ਹੈ ਦਿੱਲੀ 'ਚ ਕਰਵਾਈ। ਸਟੇਟ ਇੰਟਰਨੈਸ਼ਨਲ ਵਰਲਡ ਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਜਿਹੜੇ ਸਿੱਖ ਨੇ ਇਹ ਹਿੰਸਾਵਾਦੀ ਨੇ ਔਰ ਇਹ ਬੀਇੰਗ ਵਾਇਲੈਂਟ ਹੋਣ ਕਰਕੇ, ਇਹਨਾਂ ਦੀ ਨੇਚਰ ਹੋਣ ਕਰਕੇ ਕਦੇ ਇਹ ਨਕਸਲਵਾੜੀ ਮੂਵਮੈਂਟ ਦਾ ਹਿੱਸਾ ਬਣਦੇ ਨੇ, ਕਦੇ ਖਾਟੂ ਮੂਵਮੈਂਟ ਦਾ ਹਿੱਸਾ ਬਣਦੇ ਨੇ, ਕਦੇ ਇਹ ਗੈਂਗਸਟਰਸ ਦਾ ਹਿੱਸਾ ਬਣਦੇ ਨੇ। ਸੋ ਇਹ ਇੰਡੀਅਨ ਏਜੰਸੀਜ਼ ਨੇ ਵਾਇਆ ਗੈਂਗਸਟਰਸ ਟਾਰਗੇਟ ਕਿਲਿੰਗ ਕਰਵਾਈ ਹੈ। ਹੁਣ ਤੁਸੀਂ ਦੇਖੋ ਕਿ ਇੱਕ ਕੱਲ੍ਹ ਨਿਊਜ਼ ਪਬਲਿਸ਼ ਹੋਈ ਹੈ ਜਿਹਦੇ ਵਿੱਚ ਇੱਕ ਸ਼ਾਹਰੁਖ ਖਾਨ ਦਾ ਮੁੰਡਾ ਤਿਹਾੜ ਜੇਲ੍ਹ ਦੇ ਵਿੱਚ ਕਹਿੰਦਾ ਹੈ ਕਿ ਮੈਨੂੰ ਤਿਹਾੜ ਜੇਲ੍ਹ 'ਚੋਂ ਸਿੱਧੂ ਮੂਸੇਵਾਲੇ ਦੀ ਸਪਾਰੀ ਮਿਲੀ ਹੈ। ਅਤੇ ਜਦੋਂ ਇਹ ਟਾਰਗੇਟ ਕਿਲਿੰਗ ਇੰਡੀਅਨ ਸਟੇਟ ਕਰਾ ਰਹੀ ਹੈ, ਚਾਹੇ ਉਹਦੀ ਏਜੰਸੀ ਐਨਆਈਏ ਇਨਵੈਸਟੀਗੇਸ਼ਨ ਕਰ ਲੇ, ਚਾਹੇ ਉਹਦੀ ਏਜੰਸੀ ਸੀਬੀਆਈ ਕਰ ਲੇ, ਚਾਹੇ ਪੰਜਾਬ ਪੁਲਿਸ ਕਰ ਲੇ, ਸਾਨੂੰ ਨਹੀਂ ਲੱਗਦਾ ਇਨਸਾਫ ਮਿਲੇਗਾ। ਸੋ ਅਸੀਂ ਬਹੁਤ ਕਲੀਅਰ ਹੈ ਜਦ ਤੱਕ ਯੂਐਨ ਦਾ ਹਿਊਮਨ ਰਾਈਟਸ ਕਮਿਸ਼ਨ ਪੰਜਾਬ ਦੇ ਵਿੱਚ ਆਪ ਦਾ ਕਮਿਸ਼ਨ ਬਣਾ ਕੇ ਭੇਜ ਕੇ ਇੰਡੀਪੈਂਡੈਂਟ ਜਾਂਚ ਨਹੀਂ ਕਰਦਾ, ਇਹਦੇ ਵਿੱਚ ਸੱਚ ਸਾਹਮਣੇ ਨਹੀਂ ਆਉਣਾ। ਸਤਿ ਸ਼੍ਰੀ ਅਕਾਲ। ਸਕਰੋਲ ਪੰਜਾਬ ਦੇਖ ਕੇ ਦਰਸ਼ਕਾਂ ਦਾ ਸਵਾਗਤ ਹੈ। ਸਿੱਧੂ ਮੂਸੇਵਾਲਾ ਦੀ ਹੱਤਿਆ ਹੋ ਚੁੱਕੀ ਹੈ। 8 ਜੂਨ ਨੂੰ ਉਹਨਾਂ ਦਾ ਭੋਗ ਪੈਣਾ ਹੈ। ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਉਹਨਾਂ ਨੇ ਮੰਗ ਕੀਤੀ ਸੀਗੀ ਥੋੜ੍ਹੇ ਦਿਨ ਪਹਿਲਾਂ ਕਿ ਮੇਰੇ ਪੁੱਤਰ ਦੇ ਹੱਤਿਆ ਕਾਂਡ ਦੀ ਜਾਂਚ ਹੈ ਜਿਹੜੀ ਕਿਸੇ ਕੇਂਦਰੀ ਏਜੰਸੀ ਤੋਂ ਕਰਾਈ ਜਾਵੇ, ਐਨਆਈਏ ਤੋਂ ਕਰਾਈ ਜਾਵੇ। ਸੋ ਕਾਨੂੰਨਨ ਤੌਰ 'ਤੇ ਕਿਉਂਕਿ ਜਦੋਂ ਕੱਲ੍ਹ ਨੂੰ ਕੋਰਟ 'ਚ ਕੇਸ ਜਾਣਾ ਹੈ ਤਾਂ ਅਦਾਲਤ ਨੇ ਜਜ਼ਬਾਤੀ ਹੋ ਕੇ ਸਜ਼ਾ ਨਹੀਂ ਦੇਣੀ, ਅਦਾਲਤ ਨੇ ਦੋਸ਼ੀਆਂ ਨੂੰ ਸਬੂਤਾਂ ਦੇ ਆਧਾਰ 'ਤੇ ਸਜ਼ਾ ਦੇਣੀ ਹੈ। ਜੋ ਪੁਲਿਸ ਦੀ ਜਾਂ ਕਿਸੇ ਵੀ ਏਜੰਸੀ ਦੀ ਰਿਪੋਰਟ ਕੋਰਟ ਦੀ ਟੇਬਲ 'ਤੇ, ਜੱਜ ਦੇ ਟੇਬਲ 'ਤੇ ਪਹੁੰਚੇਗੀ, ਉਹਦੇ ਆਧਾਰ 'ਤੇ ਸਜ਼ਾ ਹੋਣੀ ਹੈ। ਸੋ ਐਨਆਈਏ ਦੀ ਜਾਂ ਕੇਂਦਰੀ ਜਾਂਚ ਦੀ ਮੰਗ ਕਿੰਨੀ ਕੁ ਸਹੀ ਹੈ, ਇਸ ਬਾਰੇ ਸਾਡੇ ਨਾਲ ਗੱਲ ਕਰਨਗੇ ਵਕੀਲ ਸਿਮਰਨਜੀਤ ਸਿੰਘ। ਸਿਮਰਨਜੀਤ ਸਿੰਘ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਮੈਂ ਕਹਾਂਗਾ ਕਿ ਮਨੁੱਖੀ ਅਧਿਕਾਰਾਂ ਦਾ ਜਿਹੜਾ ਖਾਸ ਕਰ ਘਾਣ ਹੁੰਦਾ ਆ ਰਿਹਾ, ਉਸ ਨੂੰ ਲੈ ਕੇ ਲੜਾਈ ਲੜਦੇ ਆ ਰਹੇ ਨੇ। ਸੋ ਵਕੀਲ ਸਾਹਿਬ, ਕੀ ਮੰਨਦੇ ਹੋ ਪਿਓ ਨੇ ਜਜ਼ਬਾਤੀ ਹੋ ਕੇ ਕਹਿਤੇ ਹੈ ਪੰਜਾਬ ਪੁਲਿਸ ਨੂੰ ਭਰੋਸਾ ਨਹੀਂ ਹੈ ਕਿ ਮੇਰੇ ਪੁੱਤਰ ਦੀ ਹੱਤਿਆ ਦੀ ਜਾਂਚ ਦਿੱਲੀ ਜਾਂ ਐਨਆਈਏ ਤੋਂ ਹੋਣੀ ਚਾਹੀਦੀ ਹੈ? ਸਾਡੇ ਲੋਕਾਂ ਨੂੰ ਸਮਝ ਨਹੀਂ ਹੈਗੀ ਸੀ ਮਤਲਬ ਦੀਪ ਦਾ ਜਦੋਂ ਟਾਰਗੇਟ ਕਿਲਿੰਗ ਹੋਈ ਹੈ ਉਦੋਂ ਵੀ ਉਹਦੇ ਸਪੋਰਟਰਸ ਕਹਿੰਦੇ ਸੀ ਸੀਬੀਆਈ ਦੀ ਜਾਂਚ ਹੋਏ, ਐਨਆਈਏ ਦੀ ਜਾਂਚ ਹੋਏ। ਸੋ ਮੈਂ ਦੀਪ ਦੇ ਕੇਸ ਵਿੱਚ ਵੀ ਬਹੁਤ ਕਲੀਅਰ ਹੈ ਔਰ ਇਹਦੇ ਸਿੱਧੂ ਮੂਸੇਵਾਲੇ ਦੇ ਕੇਸ 'ਚ ਬਹੁਤ ਕਲੀਅਰ ਹੈਗਾ ਕਿ ਦੀਪ ਉਦੋਂ ਤੱਕ ਸਟੇਟ ਨੂੰ ਚੰਗਾ ਲੱਗਦਾ ਸੀ ਜਦੋਂ ਤੱਕ ਉਹ ਐਕਟਰ ਬਣ ਕੇ ਬੰਬੇ ਦੇ ਵਿੱਚ ਕੰਮ ਕਰਦਾ ਸੀ। ਜਦੋਂ ਉਹਨੇ ਪੰਜਾਬ ਦੀ ਧਰਤੀ 'ਤੇ ਆ ਕੇ ਸਿੱਖ ਹੋਮਲੈਂਡ ਦੀ ਗੱਲ ਕੀਤੀ ਹੈ, ਆਜ਼ਾਦੀ ਦੀ ਗੱਲ ਕੀਤੀ ਹੈ, ਸਟੇਟ ਨੇ ਉਹਦੀ ਟਾਰਗੇਟ ਕਿਲਿੰਗ ਜਿਹੜੀ ਹੈ ਦਿੱਲੀ 'ਚ ਕਰਵਾਈ ਹੈ। ਐਵੇਂ ਸਿੱਧੂ ਮੂਸੇਵਾਲਾ ਜਦੋਂ ਤੱਕ ਗਾਉਣ ਵਜਾਉਣ ਦਾ ਕੰਮ ਕਰਦਾ ਸੀ ਉਦੋਂ ਤੱਕ ਸਭ ਠੀਕ ਸੀ। ਜਦੋਂ ਸਿੱਧੂ ਮੂਸੇਵਾਲੇ ਨੇ ਕਿਸਾਨ ਐਜੀਟੇਸ਼ਨ ਦੇ ਵਿੱਚ ਸਰਦਾਰ ਭਰਪੂਰ ਸਿੰਘ ਬਲਵੀਰ ਦੀਆਂ ਸਪੀਚ ਦੀਆਂ ਲਾਈਨਾਂ ਤੋਂ ਆਪਦਾ ਗਾਣਾ ਸ਼ੁਰੂ ਕੀਤਾ ਹੈ ਅਤੇ ਜਦੋਂ ਉਹਨੇ ਕਿਹਾ ਕਿ ਪੰਜਾਬ ਕਸ਼ਮੀਰ ਵਰਗਾ ਨਹੀਂ ਜਿਹਨੂੰ ਤੁਸੀਂ ਦੱਬ ਲੋਗੇ, ਇਹ ਸਟੇਟ ਦੇ ਟਾਰਗੇਟ ਉੱਪਰ ਆ ਗਿਆ ਸੀ। ਅਤੇ ਹੁਣ ਜਿਹੜਾ ਸਿੱਧੂ ਮੂਸੇਵਾਲੇ ਦਾ ਗੀਤ ਸੀ SYL ਉੱਪਰ ਜਿਹੜਾ ਕਿ ਕੱਲ੍ਹ ਰਿਲੀਜ਼ ਹੋਣਾ ਸੀ 4 ਜੂਨ ਨੂੰ, ਔਰ ਸਟੇਟ ਨੂੰ ਇਹ ਲੱਗਿਆ ਹੈ ਕਿ ਇਹ ਜਿਹੜਾ ਇੱਕ ਦੂਜਾ ਸਿੱਧੂ ਮੂਸੇਵਾਲਾ ਜਿਹੜਾ ਵਾ, ਇੱਕ ਦੂਜਾ ਦੀਪ ਸਿੱਧੂ ਅਤੇ ਪੰਜਾਬ ਦੇ ਵਿੱਚ ਹੋਰ ਨੌਜਵਾਨਾਂ ਨੂੰ ਜਿਹੜਾ ਅੰਦਰ ਜਿਹੜੀ ਆ ਆਜ਼ਾਦੀ ਦਾ ਚੰਗਿਆੜੀ ਨਾ ਪੈਦਾ ਕਰੇ। ਸੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਐਡ ਕਰਨਾ ਚਾਹੁੰਦਾ ਕਿ ਅਸੀਂ ਇਹਦੇ ਹੱਕ 'ਚ ਕਿਉਂ ਨਹੀਂ ਹੈਗੇ, ਕਿਉਂਕਿ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਜਿਹੜੇ ਹਿਊਮਨ ਰਾਈਟਸ ਐਕਟਿਵਿਸਟ ਸੀ, ਜਦੋਂ ਉਹਨੂੰ KPS ਗਿੱਲ ਨੇ ਮਾਰਿਆ ਹੈ, ਉਸ ਤੋਂ ਬਾਅਦ IB ਨੇ ਇਹਨਾਂ ਲੋਕਾਂ ਨੂੰ ਝਿੜਕਿਆ ਹੈ। ਸਟੇਟ ਨੇ ਇੱਕ ਸਿਸਟਮ ਲਿਆਂਦਾ ਹੈ ਕਿ ਜਦੋਂ ਤੁਸੀਂ ਬੰਦਾ ਫੜ ਕੇ ਮਾਰ ਦਿਓ ਉਹਦਾ ਰੌਲਾ ਪੈਂਦਾ ਹੈ। ਤੁਸੀਂ ਜਦੋਂ ਮਰਾਉਣਾ ਮੈਂ ਉਹਨੂੰ ਐਕਸੀਡੈਂਟ ਰਾਹੀਂ ਮਰਵਾ ਦਿਓ, ਉਹਨੂੰ ਸਵੀਟ ਪੋਇਜ਼ਨ ਰਾਹੀਂ ਦੇ ਦਿਓ। ਸੋ ਇਹਦੇ ਕੇਸ ਵਿੱਚ ਇਹ ਹੋਇਆ ਹੈ ਕਿ ਜਿਹੜੇ ਗੈਂਗਸਟਰਸ ਨੇ ਜਿਨ੍ਹਾਂ ਨੂੰ ਸਮਝ ਨਹੀਂ ਹੈਗੀ, ਕਿਉਂਕਿ ਇੰਡੀਅਨ ਸਟੇਟ ਇੱਕ ਵਿਸ਼ੇਸ਼ ਨਰੇਟਿਵ ਪੰਜਾਬ ਦੇ ਪ੍ਰਤੀ ਬਿਲਡ ਕਰ ਰਹੀ ਹੈ ਪਿਛਲੇ 30-35 ਸਾਲਾਂ ਤੋਂ। ਸਟੇਟ ਇੰਟਰਨੈਸ਼ਨਲ ਵਰਲਡ ਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਜਿਹੜੇ ਸਿੱਖ ਨੇ ਇਹ ਹਿੰਸਾਵਾਦੀ ਨੇ
ਔਰ ਇਹ ਬੀਇੰਗ ਵਾਇਲੈਂਟ ਹੋਣ ਕਰਕੇ, ਇਹਨਾਂ ਦੀ ਨੇਚਰ ਹੋਣ ਕਰਕੇ, ਕਦੇ ਇਹ ਨਕਸਲਵਾੜੀ ਮੂਵਮੈਂਟ ਦਾ ਹਿੱਸਾ ਬਣਦੇ ਨੇ, ਕਦੇ ਖਾੜਕੂ ਮੂਵਮੈਂਟ ਦਾ ਹਿੱਸਾ ਬਣਦੇ ਨੇ, ਕਦੇ ਇਹ ਗੈਂਗਸਟਰਸ ਦਾ ਹਿੱਸਾ ਬਣਦੇ ਨੇ। ਸੋ ਇਹ ਇੰਡੀਅਨ ਏਜੰਸੀਜ਼ ਨੇ ਵਾਇਆ ਗੈਂਗਸਟਰਸ ਟਾਰਗੇਟ ਕਿਲਿੰਗ ਕਰਵਾਈ ਹੈ। ਹੁਣ ਤੁਸੀਂ ਦੇਖੋ ਕਿ ਇੱਕ ਕੱਲ੍ਹ ਨਿਊਜ਼ ਪਬਲਿਸ਼ ਹੋਈ ਹੈ ਜਿਹਦੇ ਵਿੱਚ ਇੱਕ ਸ਼ਾਹਰੁਖ ਖਾਨ ਦਾ ਮੁੰਡਾ ਤਿਹਾੜ ਜੇਲ੍ਹ ਦੇ ਵਿੱਚ ਕਹਿੰਦਾ ਹੈ ਕਿ ਮੈਨੂੰ ਤਿਹਾੜ ਜੇਲ੍ਹ 'ਚੋਂ ਸਿੱਧੂ ਮੂਸੇਵਾਲੇ ਦੀ ਸਪਾਰੀ ਮਿਲੀ ਹੈ, ਮੈਂ ਉਸ ਸਪਾਰੀ ਦੇ ਕਰਕੇ ਮਾਨਸੇ ਆ ਕੇ ਇਹਦੀ ਰੈਕੀ ਕੀਤੀ ਹੈ। ਜਦੋਂ ਮੈਂ ਵੇਖਿਆ ਕਿ ਉਹਦੇ ਕੋਲ AK-47 ਨੇ, ਅਸੀਂ ਮੁਕਾਬਲਾ ਨਹੀਂ ਕਰ ਸਕਦੇ, ਤੇ ਫਿਰ ਮੈਂ ਮੁੜ ਗਿਆ। ਮੈਂ ਕਿਹਾ ਜੀ ਮੈਨੂੰ ਇਹ ਤੋਂ ਵੱਡੇ ਹਥਿਆਰ ਦਿਓ। ਉਸ ਤੋਂ ਬਾਅਦ ਉਹ ਫੜਿਆ ਜਾਂਦਾ ਦਿੱਲੀ ਪੁਲਿਸ ਕੋਲੇ। ਦਿੱਲੀ ਪੁਲਿਸ ਉਹਦੀ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਹੈ ਪੰਜਾਬ ਪੁਲਿਸ ਨੂੰ ਭੇਜਦੀ ਹੈ। ਹੁਣ ਦੇਖੋ ਕਿ ਉਸ ਆਬਜ਼ਰਵੇਸ਼ਨ ਤੋਂ ਬਾਅਦ ਜਿਹੜੀ AK-47 ਹੈ ਉਹਦੀ ਮਾਰ ਹੈਗੀ ਹੈ ਜੀ ਪਰ ਸੈਕਿੰਡ 700 ਮੀਟਰ, ਔਰ ਜਿਹੜੀ AK-94 ਹੈ ਉਹਦੀ ਮਾਰ ਹੈ 900 ਮੀਟਰ। ਉਹ AK-47 ਦਾ ਤੋੜ ਹੈ। ਸੋ ਇੰਟੈਲੀਜੈਂਸ ਦੀ ਆਊਟਪੁੱਟ ਤੋਂ ਬਾਅਦ ਉਹਨਾਂ ਨੇ ਜਿਹੜਾ ਵਾ AK-47 ਤੋਂ ਵੱਡਾ ਉਹਦਾ ਤੋੜ ਵੈਪਨ ਲੈ ਕੇ ਇਹਨੂੰ ਆਪਣੇ ਸਿੱਧੂ ਮੂਸੇਵਾਲੇ ਨੂੰ ਕਤਲ ਕੀਤਾ ਹੈ। ਅਤੇ ਜਦੋਂ ਇਹ ਟਾਰਗੇਟ ਕਿਲਿੰਗ ਇੰਡੀਅਨ ਸਟੇਟ ਕਰਾ ਰਹੀ ਹੈ, ਚਾਹੇ ਉਹਦੀ ਏਜੰਸੀ NIA ਇਨਵੈਸਟੀਗੇਸ਼ਨ ਕਰ ਲੇ, ਚਾਹੇ ਉਹਦੀ ਏਜੰਸੀ CBI ਕਰ ਲੇ, ਚਾਹੇ ਪੰਜਾਬ ਪੁਲਿਸ ਕਰ ਲੇ, ਸਾਨੂੰ ਨਹੀਂ ਲੱਗਦਾ ਇਨਸਾਫ ਮਿਲੇਗਾ। ਸੋ ਅਸੀਂ ਬਹੁਤ ਕਲੀਅਰ ਹੈ, ਜਦ ਤੱਕ UN ਦਾ ਹਿਊਮਨ ਰਾਈਟਸ ਕਮਿਸ਼ਨ ਪੰਜਾਬ ਦੇ ਵਿੱਚ ਆਪ ਦਾ ਕਮਿਸ਼ਨ ਬਣਾ ਕੇ ਭੇਜ ਕੇ ਇੰਡੀਪੈਂਡੈਂਟ ਜਾਂਚ ਨਹੀਂ ਕਰਦਾ, ਇਹਦੇ ਵਿੱਚ ਸੱਚ ਸਾਹਮਣੇ ਨਹੀਂ ਆਉਣਾ। ਹੋ ਸਕਦਾ ਹੈ ਕਿ ਪੰਜਾਬ ਗੌਰਮੈਂਟ ਚਾਹੇ ਸੈਂਟਰਲ ਏਜੰਸੀਜ਼ ਕੋਈ 2-4 ਮੁੰਡਿਆਂ ਦਾ ਇਨਕਾਊਂਟਰ ਕਰ ਸਕਦੀਆਂ ਫੜ ਕੇ, ਇਹਦੇ ਵਿੱਚ ਕੋਈ 10-20 ਬੰਦਿਆਂ ਨੂੰ ਇੰਪਲੀਕੇਟ ਵੀ ਕਰ ਸਕਦੇ ਆ, ਪਰ ਸੱਚ ਨਹੀਂ ਸਾਹਮਣੇ ਆਉਣ ਵਾਲੀ ਗੱਲ ਹੈਗੀ। ਤੁਸੀਂ ਕਹਿ ਰਹੇ ਹੋ ਵੀ ਮਤਲਬ NIA ਦੀ ਜਾਂਚ ਜਾਂ CBI ਜਾਂਚ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਪੰਜਾਬ ਪੁਲਿਸ ਸਹੀ ਕਾਰਵਾਈ ਕਰ ਪਾਏਗੀ? ਤੁਸੀਂ ਵਕੀਲ ਵੀ ਹੋ, ਕਾਨੂੰਨਨ ਤੌਰ ਤੇ ਲੀਗਲੀ ਕਿੰਨੀ ਕੁ ਸਟਰੋਂਗ ਰਹੇਗੀ ਪੰਜਾਬ ਪੁਲਿਸ ਦੀ ਐਵੀਡੈਂਸ, ਉਹ ਠੀਕ ਲੱਗਦਾ ਤੁਹਾਨੂੰ? ਦੇਖੋ ਜੀ, ਅਸੀਂ ਤਾਂ ਮਹਿਸੂਸ ਕਰਦੇ ਹਾਂ ਕਿ ਜਦੋਂ ਪੰਜਾਬ ਪੁਲਿਸ ਦੀ ਤੇ ਕਨਵੀਨੀਅੰਸ ਨਾਲ ਇਹ ਕਤਲ ਹੋਇਆ ਹੈ, ਜਦੋਂ ਪੰਜਾਬ ਪੁਲਿਸ ਨੂੰ ਫੀਡਬੈਕ ਆ ਗਿਆ ਦਿੱਲੀ ਪੁਲਿਸ ਦਾ ਹੈ ਕਿ ਭਾਈ ਇੱਥੇ CID ਰਿਪੋਰਟਸ ਨੇ ਕਿ AK-47 ਵੈਪਨ ਹੋਣ ਕਰਕੇ ਉਹਦਾ ਕਤਲ ਨਹੀਂ ਹੋ ਰਿਹਾ, ਸੋ ਇਹਨਾਂ ਨੇ ਉਹ ਸਾਰਾ ਕੁਝ ਪਬਲਿਕ ਕੀਤਾ। ਜਦੋਂ ਤੁਸੀਂ ਓਥ ਲੈਂਦੇ ਹੋ, ਕੋਈ ਮਿਨਿਸਟਰ, ਕੋਈ ਚੀਫ ਮਿਨਿਸਟਰ ਓਥ ਲੈਂਦਾ ਹੈ, ਜਿਹੜਾ ਸੀਕ੍ਰੇਸੀ ਨੂੰ ਰੱਖਣਾ ਇਹ ਤੁਹਾਡਾ ਇੱਕ ਫਰਜ਼ ਹੁੰਦਾ ਹੈ ਔਰ ਤੁਹਾਡੀ ਇੱਕ ਡਿਊਟੀ ਹੈਗੀ ਹੈ। ਮੈਂ ਸਰਕਾਰੀ ਭੇਦ ਗੁਪਤ ਰੱਖਾਂਗਾ, ਇਹ ਲਾਈਨ ਹੁੰਦੀ ਹੈ ਸੰਵਿਧਾਨ ਦੀ। ਇਸ ਗੱਲ ਨੂੰ ਬੀਇੰਗ ਹੋਮ ਮਿਨਿਸਟਰ, ਬੀਇੰਗ ਚੀਫ ਮਿਨਿਸਟਰ ਭਗਵੰਤ ਮਾਨ ਨੇ ਵਾਇਲੇਟ ਕੀਤਾ ਹੈ। ਸੋ ਇਸ ਵੇਲੇ ਕਿਉਂਕਿ ਸਥਿਤੀ ਬੜੀ ਐਕਸਟਰਾ ਆਰਡਨਰੀ ਹੈ, ਰਾਸ਼ਟਰਪਤੀ ਨੂੰ ਚਾਹੀਦਾ ਹੈ ਕਿ ਇਸ ਬੰਦੇ ਨੂੰ, ਭਗਵੰਤ ਸਿੰਘ ਮਾਨ ਜਿਹੜਾ ਹੋਮ ਮਿਨਿਸਟਰ ਵੀ ਹੈ, ਜਿਹੜਾ ਚੀਫ ਮਿਨਿਸਟਰ ਵੀ ਹੈ, ਇਹ 'ਤੇ 120 'ਚ ਇਹਨੂੰ ਰੱਖ ਕੇ ਕੌਂਸਪੀਰੇਸੀ 'ਚ ਇਹ 'ਤੇ FIR ਦਰਜ ਕਰੇ, ਔਰ ਜਿਹੜੇ ਅਫਸਰ ਇਨਵੋਲਵ ਨੇ ਉਹਨਾਂ ਨੂੰ ਐਕਸਪੋਜ਼ ਹੋਣਾ ਚਾਹੀਦਾ। ਸੋ ਸਾਡਾ ਤੇ ਵਿਊ ਹੈਗਾ। ਫਿਰ ਇਨਸਾਫ ਕਿੱਥੇ ਹੋਏਗਾ? ਪੰਜਾਬ ਪੁਲਿਸ ਵੀ ਜੇ ਨਾਲ ਮਿਲੀ ਹੋਏਗੀ, ਕੇਂਦਰ ਕੋਲ ਸਾਨੂੰ ਪਹਿਲਾਂ ਹੀ ਸ਼ੱਕ ਹੈਗਾ ਵੀ ਸ਼ਾਇਦ ਨਹੀਂ ਕਾਰਵਾਈ ਹੋਏਗੀ, ਤੇ ਫਿਰ ਕਿੱਥੇ ਕਾਤਲ ਉਹਨਾਂ ਦੇ ਕਹਿ ਲਓ ਵੀ ਸਲਾਖਾਂ ਪਿੱਛੇ ਜਾਣਗੇ, ਕੋਈ ਉਮਰ ਕੈਦ ਫਾਂਸੀ ਉਹਨਾਂ ਨੂੰ ਹੋ ਪਾਏਗੀ? ਸੋ ਉਹਦੇ ਵਿੱਚ ਸਟੇਟ ਕਿਸੇ ਨਜਾਇਜ਼ ਮੁੰਡਿਆਂ ਨੂੰ, ਇਨੋਸੈਂਟ ਬੰਦਿਆਂ ਨੂੰ ਫਸਾ ਸਕਦੀ ਹੈ, ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਜਿਹੜਾ ਸੱਚ ਹੈ, ਇਸ ਕਤਲ ਦਾ ਮੋਟਿਵ ਕੀ ਹੈ, ਇਹਦੇ ਪਿੱਛੇ ਬੰਦੇ ਕੌਣ ਇਨਵੋਲਵ ਨੇ, ਇਹ ਤਾਂ UN ਹੀ ਨੰਗਾ ਕਰ ਸਕਦੀ ਹੈ। ਜਾਂ ਗੱਲ ਉੱਠੀ ਹੈ ਵੀ ਹਾਈ ਕੋਰਟ ਦੇ ਸਿਟਿੰਗ ਜੱਜ ਦੀ ਕੋਈ ਇਨਕੁਆਇਰੀ ਬਣਾ ਦਿੱਤੀ ਜਾਵੇ, ਉਹ ਤਾਂ ਲੱਗਦੀ ਹੈ ਭਰੋਸੇ ਲਾਇਕ? ਦੇਖੋ ਜੱਜਸ ਅੱਜ ਕੱਲ੍ਹ ਤੁਸੀਂ ਵੇਖੋ, ਜੋ ਅਸੀਂ ਹਾਈ ਕੋਰਟਸ ਦੇ ਵਿੱਚ ਵੇਖ ਰਹੇ ਹਾਂ, ਜੋ ਮੋਦੀ ਕਹਿੰਦਾ ਹੈ ਫੈਸਲੇ ਤਾਂ ਉਹੀ ਹੁੰਦੇ ਨੇ। ਅਸੀਂ ਜੱਜਸ ਦਾ ਕਰੈਕਟਰ ਦੇਖਿਆ। ਤੁਸੀਂ ਆਹ ਦੇਖੋ ਕਿ ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਦੇ ਇੱਕ ਸਿਟਿੰਗ ਜੱਜ ਨੇ ਜਿਹੜੀ ਰਿਲੀਫ ਦਿੱਤੀ ਹੈ, ਇਹ ਦੁਨੀਆ ਦੇ ਵਿੱਚ ਕਦੇ ਵੀ ਇਸ ਕਿਸਮ ਦਾ ਫੈਸਲਾ ਨਹੀਂ ਹੋਇਆ ਹੈ। ਸੁਪਰੀਮ ਕੋਰਟ ਦੇ ਜੱਜਾਂ ਨੇ ਝਾੜ ਪਾਈ ਹੈ, ਸਟ੍ਰਿਕਚਰਸ ਪਾਸ ਕੀਤੀਆਂ ਨੇ, ਚੀਫ ਜਸਟਿਸ ਨੇ ਅਜੇ ਤੱਕ ਉਹਦੇ ਕੋਲ ਰੋਸਟਰ ਨਹੀਂ ਲਿਆ ਹੈਗਾ। ਇਹੋ ਜਿਹੇ ਜੱਜਾਂ ਤੋਂ ਤੁਸੀਂ ਕੀ ਆਸ ਰੱਖੋਗੇ? ਇਸ ਹਾਈ ਕੋਰਟ ਦੇ ਅਸੀਂ ਤਾਂ ਨਹੀਂ ਇਹ 'ਤੇ ਟਰਸਟ ਕਰਦੇ ਸੀ ਵੀ ਦੇਖੋ 84 ਦੇ ਵਿੱਚ ਇਸ ਸੁਪਰੀਮ ਕੋਰਟ ਹਾਈ ਕੋਰਟ ਦੀ ਹਿੱਕ 'ਤੇ ਦਿੱਲੀ ਦੇ ਵਿੱਚ ਸਾਡਾ 5000 ਸਿੱਖ ਕਤਲ ਕੀਤਾ ਹੈ। ਇਹ ਛੋਟਾ ਜਿਹਾ ਗਾਂ ਵਰਗਾ ਜਾਨਵਰ ਵੀ ਬਸ ਅੱਗੇ ਆ ਜਾਏ ਤੇ 100 ਮੋਟੋ ਲੈ ਲੈਂਦੇ ਨੇ। ਅਜੇ ਤੱਕ ਕਿਸੇ ਸੁਪਰੀਮ ਕੋਰਟ ਹਾਈ ਕੋਰਟ ਨੇ ਹਿੰਦੁਸਤਾਨ ਦੀ ਨੇ 100 ਮੋਟੋ ਨਹੀਂ ਲਿਆ ਸਾਡਾ। ਸੋ ਉਸ ਤੋਂ ਵੱਡੀ ਗੱਲ ਮੈਂ ਇੱਕ ਤੁਹਾਨੂੰ ਲਾਸਟ ਕੋਟ ਕਰਦਾ ਹੈ ਕਿ ਇੱਕ ਸਿਟਿੰਗ ਜੱਜ ਸੀ ਹਾਈ ਕੋਰਟ ਦਾ, ਜਸਟਿਸ ਚੰਦ ਜੀ। ਸੁਮੇਧ ਸੈਣੀ ਨੇ ਜਦੋਂ ਸੈਣੀ ਮੋਟਰਸ ਵਾਲਿਆਂ ਦਾ ਕਤਲ ਕੀਤਾ ਤਾਂ ਇੱਕ ਰਿਟ ਪੈ ਗਈ ਕਿ ਇਹ ਜਾਂਚ CBI ਕੋਲੇ ਜਾਣੀ ਚਾਹੀਦੀ ਹੈ। ਉਹ ਕੇਸ ਚਲਾ ਗਿਆ ਜਸਟਿਸ VK ਚੰਦ ਜੀ ਕੋਲੇ, ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਸਿਟਿੰਗ ਜੱਜ ਸੀ।
ਜਦੋਂ ਉਹਨੇ ਕੇਸ ਸੁਣਨਾ ਸੀ ਤੇ ਜਿਹੜਾ ਪੂਰਾ ਕੈਟ ਸੀ ਉਹ 60-70 ਆਰਮਡ AK-47 ਤੇ ਰਫਲਾਂ ਵਾਲੇ ਬੰਦੇ ਲੈ ਕੇ ਪਹਿਲੇ ਤਾਂ ਉਹਨੇ ਆਪਦੇ ਸਿਰ ਤੇ ਸਿਹਰਾ ਲਾਇਆ 15 ਸੈਕਟਰ ਉਹ ਜਸਟਿਸ ਝਾਂਜੀ ਦੇ ਘਰੇ ਸਿਹਰਾ ਲਾ ਕੇ ਗਿਆ ਆਪਾਂ ਸਾਰਿਆਂ ਨੂੰ ਪਤਾ ਵੀ ਸਿਹਰਾ ਲਾਉਣ ਦਾ ਮਤਲਬ ਕੀ ਹੁੰਦਾ ਹੈ ਫਿਰ ਉਹਨੇ ਕੋਰਟ 'ਚ ਐਂਟਰ ਕਰਕੇ ਅੰਦਰੋਂ ਲੌਕ ਕਰਕੇ ਵਕੀਲਾਂ ਦੀਆਂ ਸਾਰੀਆਂ ਜਿਹੜੀਆਂ ਕੁਰਸੀਆਂ ਸੀ ਆਕੂਪਾਈ ਕਰਕੇ ਜੱਜ ਨੂੰ ਥ੍ਰੈਟ ਕੀਤਾ ਇਸ ਗੱਲ ਨੂੰ ਦੀਆਂ ਹਾਈ ਕੋਰਟ ਨੇ ਸਟ੍ਰਿਕਚਰਸ ਪਾਸ ਕੀਤੀਆਂ ਨੇ ਅੱਜ 27 ਸਾਲ ਹੋ ਗਿਆ ਹਾਈ ਕੋਰਟ ਦਾ ਜੱਜ ਅੱਜ ਤੱਕ ਨਾ ਹੀ ਇੱਥੋਂ ਦਾ ਚੀਫ ਜਸਟਿਸ ਪਰਚਾ ਦਰਜ ਨਹੀਂ ਕਰਾ ਸਕਿਆ ਇਸ ਕਿਸਮ ਦੇ ਇਹਨਾਂ ਜੱਜਸ 'ਤੇ ਪ੍ਰੈਸ਼ਰ ਹੈਗੇ ਨਹੀਂ ਜੀ ਅਸੀਂ ਤਾਂ ਉਹ ਗੱਲ ਕਰ ਰਹੇ ਹਾਂ ਤੁਹਾਨੂੰ ਜਿਹੜੀ ਪ੍ਰੈਕਟੀਕਲ ਹੈ ਜਿਹੜਾ ਸੱਚ ਹੈ ਆਸ UN ਤੋਂ ਹੀ ਲੱਗਦੀ ਹੈ ਪੰਜਾਬ ਦੇ ਵਿੱਚ ਤੇ ਦੇਖੋ ਇਹ ਹੁਣ ਵਾਰ ਜ਼ੋਨ ਬਣ ਚੁੱਕਿਆ ਇੱਥੇ ਇਹ ਨਹੀਂ ਪਤਾ ਲੱਗ ਰਿਹਾ ਕਸ਼ਮੀਰ ਵਾਂਗੂ ਕਿਹਨੇ ਕਿਹਨੂੰ ਮਾਰ ਜਾਣਾ ਹੈ ਸੋ ਅਸੀਂ ਮਹਿਸੂਸ ਕਰਦੇ ਹਾਂ ਕਿ ਇੱਥੇ ਜਦ ਤੱਕ UN ਪੰਜਾਬ ਦੇ ਵਿੱਚ ਇੰਟਰਵੀਨ ਨਹੀਂ ਕਰੂਗੀ ਇੱਥੇ ਇਹੋ ਜਿਹੇ ਜਿਹੜੇ ਕਤਲ ਹੈ ਹੋਰ ਹੋਣਗੇ ਔਰ ਜਾਰੀ ਰਹਿਣਗੇ ਸੋ ਕਾਨੂੰਨੀ ਮਾਹਰ ਹੈਗੇ ਨੇ ਵਕੀਲ ਸਿਮਰਨਜੀਤ ਸਿੰਘ ਇਹਨਾਂ ਨੇ ਸਾਫ਼ ਕੀਤਾ ਹੈਗਾ ਕਿ ਪਿਓ ਭਾਵੇਂ ਬਲਕੌਰ ਸਿੰਘ ਸਿੱਧੂ ਜਜ਼ਬਾਤਾਂ ਦੇ ਵਿੱਚ ਕਹਿ ਗਿਆ ਹੋਵੇ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਹੈ ਕੇਂਦਰੀ ਕੋਈ ਜਾਂਚ ਏਜੰਸੀ ਜਾਂਚ ਕਰੇ ਮੇਰੇ ਪੁੱਤਰ ਦੀ ਹੱਤਿਆ ਕਿਉਂ ਹੋਈ ਪਰ ਸਾਫ਼ ਕਰਤੇ ਵਕੀਲ ਸਾਹਿਬ ਉਹਨਾਂ ਨੇ ਨਾ ਸਾਨੂੰ ਸਟੇਟ ਦੀ ਏਜੰਸੀਆਂ ਤੇ ਭਰੋਸਾ ਹੈ ਨਾ ਸਾਨੂੰ ਸੈਂਟਰ ਦੀ ਏਜੰਸੀਆਂ ਤੇ ਭਰੋਸਾ ਹੈ ਈਵਨ ਕਿ ਗੱਲ ਉੱਠ ਰਹੀ ਹੈ ਕਿ ਹਾਈ ਕੋਰਟ ਦੇ ਸਿਟਿੰਗ ਜੱਜ ਇਸ ਦੀ ਪੜਤਾਲ ਕਰ ਲੈਣ ਤੇ ਉਸ ਤੇ ਵੀ ਇਹਨਾਂ ਨੇ ਸਥਿਤੀ ਸਾਫ਼ ਕੀਤੀ ਹੈ ਵੀ ਉਹ ਵੀ ਸਿਰਫ ਅੱਖਾਂ ਪੂੰਝਣ ਵਾਲਾ ਕੰਮ ਹੋਏਗਾ ਇਨਸਾਫ ਉਸ ਤੋਂ ਮਿਲਦਾ ਨਜ਼ਰ ਨਹੀਂ ਆਏਗਾ ਜੇ ਇਨਸਾਫ ਦੀ ਕੋਈ ਕਿਰਨ ਨਜ਼ਰ ਆ ਰਹੀ ਹੈ ਕਿਤੋਂ ਕੋਈ ਆਸ ਲੱਗ ਰਹੀ ਹੈ ਤਾਂ ਸਿਰਫ UNO ਹੈਗਾ ਤੇ UNO ਜੇ ਦਖਲ ਦੇ ਦੇਗਾ ਤਾਂ ਜ਼ਰੂਰ ਸਿੱਧੂ ਮੂਸੇਵਾਲੇ ਦੀ ਹੱਤਿਆ ਦਾ ਕਾਰਨ ਅਸਲੀ ਸਾਹਮਣੇ ਆਏਗਾ ਤੇ ਕਾਤਲਾਂ ਨੂੰ ਸਹੀ ਸਜ਼ਾ ਮਿਲ ਪਾਏਗੀ ਵਿਜੇ ਹਰਦੀਪ ਦੇ ਨਾਲ ਬਲਜੀਤ ਮਰਵਾਹਾ ਸਕਰੋਲ ਪੰਜਾਬ ਚੰਡੀਗੜ੍ਹ